ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਇੱਕ ਐਸੇ ਮਹਾਂਪੁਰਖ ਦਾ ਜੋ ਜੀਵਨੀ ਹੈਗੀ ਆ ਉਸ ਦੇ ਕੁਛ ਅੰਸ਼ ਆਪ ਦੇ ਨਾਲ ਸਾਂਝਾ ਕਰ ਰਿਹਾ ਹੈਗਾ, ਜਿਨ੍ਹਾਂ ਮਹਾਂਪੁਰਖਾਂ ਨੂੰ ਸਦਾ ਜਾਗਰਤ ਸੰਤ ਕਹਿੰਦੇ ਸੀ। ਸੋ ਉਹਨਾਂ ਦਾ ਜਿਹੜਾ ਨਾਂ ਹੈ ਸ੍ਰੀ ਰਾਮ ਗੋਪਾਲ ਮਜੂਮਦਾਰ। ਇਹ ਜਿਹੜੇ ਸ੍ਰੀ ਰਾਮ ਗੋਪਾਲ ਮਜੂਮਦਾਰ ਜਿਹੜੇ ਹੈਗੇ ਆ, ਇਹ ਰਣਵਾਜਪੁਰ ਦੇ ਰਹਿਣ ਵਾਲੇ ਸੀਗੇ। ਇਹ ਜਿਹੜਾ ਰਣਵਾਜਪੁਰ ਦਾ ਇਲਾਕਾ ਤਾਸ਼ਕੇਸ਼ਵਰ ਦੇ ਵਿੱਚ ਜਿਹੜਾ ਹੈਗਾ ਉਹਦੇ ਲਾਗੇ ਪੈਂਦਾ ਹੈਗਾ। ਤਾਸ਼ਕੇਸ਼ਵਰ ਇੱਕ ਐਸਾ ਮੰਦਰ ਹੈ ਜਿਹਦੇ ਪ੍ਰਤੀ ਹਿੰਦੂਆਂ ਦੇ ਵਿੱਚ ਬੜੀ ਸ਼ਰਧਾ ਹੈਗੀ ਆ। ਉਹਨਾਂ ਦੇ ਵਿੱਚ ਉੱਥੇ ਜਿਹੜੀਆਂ ਮਨੌਤਾਂ ਹੁੰਦੀਆਂ ਉਹ ਪੂਰੀਆਂ ਹੁੰਦੀਆਂ, ਕਿਉਂਕਿ ਜਦੋਂ ਸ੍ਰੀ ਜੋਗਾਨੰਦ ਜੀ ਜਿਹੜੇ ਸੀਗੇ ਕਹਿੰਦੇ ਵੀ ਇਹ ਘਟਨਾ ਜਿਹੜੀ ਸੀਗੀ ਇਹ ਮੇਰੀ ਖੁਦ ਚਾਚੀ ਦੇ ਨਾਲ ਹੋਈ ਵੱਡੀ। ਜਦੋਂ ਕਹਿੰਦੇ ਮੇਰੇ ਚਾਚਾ ਜੀ ਕਿਸੇ ਐਸੀ ਬਿਮਾਰੀ ਦੇ ਵਿੱਚ ਜਿਹੜੇ ਸੀਗੇ ਉਹ ਗ੍ਰਸਤ ਹੋ ਗਏ ਸੀਗੇ, ਅਤੇ ਜਦੋਂ ਡਾਕਟਰਾਂ ਨੇ ਜਿਹੜਾ ਸੀਗਾ ਉਹਨਾਂ ਨੇ ਜਵਾਬ ਦੇ ਦਿੱਤਾ ਸੀ। ਫਿਰ ਮੇਰੀ ਚਾਚੀ ਤਾਰਕੇਸ਼ਵਰ ਮੰਦਰ 'ਚ ਆਈ ਸੀ। ਇੱਥੇ ਮੇਰੀ ਚਾਚੀ ਦੇ ਦੱਸਣ ਮੁਤਾਬਕ ਕਿ ਮੈਂ ਵਿਧੀ ਵਿਧਾਨ ਰਾਹੀਂ ਜਿਹੜੇ ਸੀਗੇ ਇੱਥੇ 7 ਦਿਨ ਇਸ ਮੰਦਰ 'ਚ ਰਹੀ ਹਾਂ, ਵਰਤ ਵੀ ਰੱਖੇ ਆ। ਉਸ ਤੋਂ ਬਾਅਦ 7ਵੇਂ ਦਿਨ ਇੱਕ ਐਸੀ ਜੜੀ ਬੂਟੀ ਜਿਹੜੀ ਸੀਗੀ ਹੈ ਨਾ, ਉਸੇ ਪ੍ਰਾਰਥਨਾ ਅਰਜ਼ੋਈਆਂ ਦਾ ਸਦਕਾ ਮੇਰੇ ਹੱਥਾਂ ਦੇ ਵਿੱਚ ਪ੍ਰਗਟ ਹੋ ਗਈ ਸੀ। ਅਤੇ ਇਹ ਹੈ ਤਾਸ਼ਕੇਸ਼ਵਰ ਮੰਦਰ ਦੀ ਮਹਿਮਾ। ਉਸ ਤੋਂ ਬਾਅਦ ਕਹਿੰਦੇ ਮੈਂ ਉਸੇ ਜੜੀ ਬੂਟੀ ਦਾ ਕਾੜਾ ਬਣਾ ਕੇ ਜਦੋਂ ਆਪਣੇ ਪਤੀ ਨੂੰ ਪਿਲਾਇਆ ਸੀਗਾ ਅਤੇ ਉਹ ਬਿਮਾਰੀ ਤੋਂ ਇੱਕਦਮ ਜਿਹੜੇ ਸੀ ਠੀਕ ਹੋ ਗਏ ਸੀਗੇ। ਐਸੀ ਇੱਥੇ ਇਹ ਚਮਤਕਾਰੀ ਚੀਜ਼ ਹੈ, ਲੇਕਿਨ ਸਾਰੀ ਚਮਤਕਾਰ ਜਿਹੜਾ ਨਾ ਉਹ ਸ਼ਰਧਾ ਭਾਵਨਾ ਦੇ ਵਿੱਚ ਛਿਪਿਆ ਹੁੰਦਾ ਹੈਗਾ। ਅਤੇ ਸ੍ਰੀ ਪਰਮਹੰਸ ਜੋਗਾਨੰਦ ਜੀ ਕਹਿੰਦੇ ਸੀਗੇ ਕਿ ਮੈਂ ਸ੍ਰੀ ਰਾਮ ਗੋਪਾਲ ਮਜੂਮਦਾਰ ਇਹ ਜਿਹੜੇ ਸੀਗੇ ਜੋਗੀ ਸੀਗੇ, ਸਿੱਧ ਜੋਗੀ, ਇਹਨਾਂ ਬਾਰੇ ਬੜਾ ਸੁਣਿਆ ਸੀਗਾ, ਪਰ ਇਹਨਾਂ ਦਾ ਮੈਨੂੰ ਪਤਾ ਨਹੀਂ ਸੀਗਾ ਵੀ ਕਿੱਥੇ ਰਹਿੰਦੇ ਆ। ਫਿਰ ਮੈਨੂੰ ਪਤਾ ਲੱਗਾ ਕਿ ਇੱਕ ਨਾ ਪੰਡਿਤ ਜਿਹੜੇ ਹੈਗੇ ਆ ਉਹ ਬਿਹਾਰ ਦੇ ਹੈਗੇ, ਜਿਹੜੇ ਸੰਸਕ੍ਰਿਤ ਦੇ ਪ੍ਰੋਫੈਸਰ ਆ, ਉਹਨਾਂ ਨੂੰ ਇਹਨਾਂ ਦਾ ਪਤਾ ਹੈ ਕਿਹੜੀ ਜਗ੍ਹਾ ਰਹਿੰਦੇ ਆ। ਫਿਰ ਪਤਾ ਲੱਗਾ ਹੈਗਾ ਕਿ ਸ੍ਰੀ ਰਾਮ ਗੋਪਾਲ ਜਿਹੜੇ ਆ ਇਹ ਰਣਵਾਜਪੁਰ ਰਹਿਣ ਦੇ ਇਲਾਕੇ ਵਿੱਚ ਰਹਿੰਦੇ ਆ, ਤਾਂ ਇਹ ਇਲਾਕਾ ਜਿਹੜਾ ਹੈ ਨਾ ਤਾਸ਼ਕੇਸ਼ਵਰ ਦੇ ਜਿਹੜਾ ਹੈਗਾ ਉਹ ਨੇੜੇ ਪੈਂਦਾ ਹੈਗਾ। ਫਿਰ ਪਰਮਹੰਸ ਜੋਗਾਨੰਦ ਜੀ ਕਹਿੰਦੇ ਅਸੀਂ ਗੱਡੀ ਫੜ ਕੇ ਕਹਿੰਦੇ ਜਦੋਂ ਇਸ ਇਲਾਕੇ 'ਚ ਪਹੁੰਚੇ ਆ, ਸਭ ਤੋਂ ਪਹਿਲਾਂ ਕਹਿੰਦੇ ਤਾਰਕੇਸ਼ਵਰ ਮੈਂ ਮੰਦਰ 'ਚ ਗਿਆ। ਮੈਂ ਉਹ ਮੰਦਰ ਘੁੰਮ ਕੇ ਦੇਖਿਆ। ਉੱਥੇ ਕੀ ਦੇਖਿਆ ਕਿ ਇੱਕ ਉੱਥੇ ਨਾ ਜਿੱਥੇ ਪੂਜਾ ਸਥਲ ਹੁੰਦਾ ਇਕੱਲਾ ਇੱਕ ਗੋਲ ਪੱਥਰ ਪਿਆ ਸੀਗਾ। ਪਰ ਜਦ ਗੋਲ ਪੱਥਰ ਪਿਆ ਸੀ ਕਹਿੰਦੇ ਮੇਰੇ ਮਨ ਦੇ ਵਿੱਚ ਵਿਚਾਰ ਆਈ ਕਿ ਜਿਹੜਾ ਪਰਮਾਤਮਾ ਹੈਗਾ ਉਹ ਤਾਂ ਸਦਾ ਜਾਗਤ ਰਹਿੰਦਾ ਹੈਗਾ, ਜਿਹੜਾ ਪਰਮਾਤਮਾ ਹੈਗਾ ਉਹ ਪੱਥਰ ਨਹੀਂ ਹੋ ਸਕਦਾ। ਇਸ ਤਰ੍ਹਾਂ ਦੇ ਕਹਿੰਦੇ ਜਦ ਵਿਚਾਰ ਆਏ ਸੀ ਅਤੇ ਸਵਾਮੀ ਜੋਗਾਨੰਦ ਜੀ ਕਹਿੰਦੇ ਕਿ ਮੈਂ ਹੈ ਨਾ ਉਸ ਪੱਥਰ ਨੂੰ ਮੱਥਾ ਨਹੀਂ ਟੇਕਿਆ, ਕੋਈ ਸ਼ਰਧਾ ਭਾਵਨਾ ਮਨ 'ਚ ਨਹੀਂ ਜਤਾਈ। ਮੈਂ ਚੁੱਪ ਚਪੀਤਾ ਉਸ ਮੰਦਰ 'ਚੋਂ ਬਾਹਰ ਨਿਕਲਿਆ ਅਤੇ ਇਸ ਪਾਸੇ ਨੂੰ ਤੁਰ ਪਿਆ ਜਿੱਧਰ ਹੈ ਨਾ ਰਣਵਾਜਪੁਰ ਦਾ ਇਲਾਕਾ ਸੀਗਾ। ਜਦ ਕਹਿੰਦੇ ਮੈਂ ਇੱਥੇ ਗਿਆ ਹੈ ਨਾ, ਰਸਤੇ ਦੇ ਵਿੱਚ ਇੱਕ ਸਾਨੂੰ ਆਦਮੀ ਮਿਲਿਆ। ਕਹਿੰਦੇ ਮੈਂ ਉਹਨੂੰ ਰਣਵਾਜਪੁਰ ਦਾ ਪਤਾ ਪੁੱਛਿਆ ਵੀ ਉਹ ਕਿੱਥੇ ਹੈਗਾ। ਕਹਿੰਦਾ ਉਸ ਬੰਦੇ ਨੇ 2-3 ਵਾਰੀ ਮੇਰੇ ਚਿਹਰੇ ਵੱਲ ਦੇਖਿਆ, ਦੇਖ ਕੇ ਕਹਿੰਦੇ ਕੁਛ ਦੇਰ ਸੋਚ ਕੇ ਕਹਿੰਦਾ ਵੀ ਇੱਦਾਂ ਕਰ, ਇੱਥੋਂ ਅੱਗੇ ਚਲੇ ਜਾ, ਅੱਗੇ ਇੱਕ ਚੁਰਾਹਾ ਆਏਗਾ, ਚੁਰਾਹੇ ਤੋਂ ਨਾ ਸੱਜੇ ਪਾਸੇ ਮੁੜ ਜਾਏ। ਕਹਿੰਦੇ ਜਦੋਂ ਮੈਂ ਚੁਰਾਹੇ ਤੋਂ ਸੱਜੇ ਪਾਸੇ ਜਿਹੜਾ ਸੀਗਾ ਮੁੜਿਆ ਅਤੇ ਕਹਿੰਦੇ ਬਸ ਉਸ ਤੋਂ ਬਾਅਦ ਮੈਂ ਕੀ ਦੇਖੇ ਕਿ ਉੱਥੇ ਖੇਤ ਖਲਿਆਣ ਝੋਨਾ ਲੱਗਾ ਹੋਇਆ ਅਤੇ ਪਿੰਡਾਂ ਦੇ ਜਿਹੜੇ ਹੈ ਨਾ ਦੂਰ ਕਿਤੇ ਜਿਹੜੇ ਹੈਗੇ ਆ ਉਹ ਘਰ ਮੈਨੂੰ ਆਪਣੇ ਨਜ਼ਰ ਪਏ। ਲੇਕਿਨ ਗਰਮੀ ਜ਼ਿਆਦਾ ਸੀਗੀ। ਗਰਮੀ ਹੋਣ ਕਰਕੇ ਕਹਿੰਦੇ ਮੈਂ ਹੈ ਨਾ ਖੇਤਾਂ ਦੀਆਂ ਜਿਹੜੀਆਂ ਪਗਡੰਦੀਆਂ ਉਹਨਾਂ ਤੋਂ ਤੁਰਦਾ ਕਹਿੰਦੇ ਜਿਉਂ ਅੱਗੇ ਤੁਰਿਆ ਅਤੇ ਮੈਨੂੰ ਕਾਫੀ ਹਨੇਰਾ ਹੋ ਗਿਆ। ਜਦ ਹਨੇਰਾ ਹੋ ਗਿਆ ਅਤੇ ਉੱਥੇ ਕਹਿੰਦੇ ਕੁਛ ਚਾਂਦੀ ਚਾਨਣੀ ਸੀ। ਚਾਂਦੀ ਚਾਨਣੀ ਵੀ ਮੱਧਮ ਸੀਗੀ, ਜੈਸੇ ਮੈਨੂੰ ਕੁਛ ਨਾ ਬੜੀ ਕਹਿੰਦੇ ਮੈਨੂੰ ਪਰੇਸ਼ਾਨੀ ਹੋਈ। ਜਦ ਕਹਿੰਦੇ ਪਰੇਸ਼ਾਨੀ ਹੋਈ ਅਤੇ ਇੱਕ ਹੈ ਨਾ ਕਿਤੇ ਗਾਂ ਦੀ ਟੱਲੀ ਜਿਹੜੀ ਸੀਗੀ ਕਹਿੰਦੇ ਉਹਦੇ ਗਲੇ ਵਿੱਚ ਜਦ ਵੱਜਦੀ ਮੈਨੂੰ ਸੁਣਾਈ ਦਿੱਤੀ। ਮੇਰੇ ਮਨ 'ਚ ਆਇਆ ਵੀ ਇੱਥੇ ਹੈ ਨਾ ਇਹ ਜਿਹੜੀ ਹੈ ਇਹ ਗਾਂ ਦੇ ਗਲ 'ਚ ਟੱਲੀ ਵੱਜਦੀ ਹੈ, ਕੋਈ ਨਾ ਕੋਈ ਇੱਥੇ ਬੰਦਾ ਜ਼ਰੂਰ ਹੋਊਗਾ। ਕਹਿੰਦੇ ਮੈਂ ਜਿੱਧਰ ਟੱਲੀ ਵੱਜਦੀ ਸੀ ਜੋ ਸਵਾਮੀ ਜੋਗਾਨੰਦ ਜੀ ਕਹਿੰਦੇ ਮੈਂ ਉੱਧਰ ਗਿਆ, ਉੱਧਰ ਬਾਜਾਂ ਬੂਜਾਂ ਮਾਰੀਆਂ। ਕਹਿੰਦੇ ਕਾਫੀ ਬਾਜਾਂ ਮਾਰਨ ਤੋਂ ਬਾਅਦ ਇੱਕ ਬੰਦਾ ਮੇਰੇ ਸਾਹਮਣੇ ਆਇਆ। ਕਹਿੰਦੇ ਜਦ ਸਾਹਮਣੇ ਆਇਆ ਅਤੇ ਕਹਿੰਦੇ ਮੈਂ ਉਹਨੂੰ ਜਿਹੜੀ ਨਮਸਕਾਰ ਦੱਸੀ ਤਾਂ ਉਹਨੂੰ ਕਿਹਾ ਹੈਗਾ ਵੀ ਮੈਂ ਰਣਵਾਜਪੁਰ ਜਾਣਾ ਹੈਗਾ, ਪਰ ਮੈਨੂੰ ਹਨੇਰਾ ਹੋ ਗਿਆ ਅਤੇ ਮੈਨੂੰ ਹੈ ਨਾ ਰਾਤ ਰੁਕਣ ਵਾਸਤੇ ਕੁਛ ਜਗ੍ਹਾ ਚਾਹੀਦੀ ਆ। ਕਹਿੰਦੇ ਪਹਿਲਾਂ ਤੋਂ ਬੰਦਾ ਜਿਹੜਾ ਸੀ ਮੇਰੇ ਨਾਲ ਬੜਾ ਰੁੱਖਾ ਜਿਹਾ ਬੋਲਿਆ ਅਤੇ ਮੈਨੂੰ ਕਹਿਣ ਲੱਗਾ ਵੀ ਤੂੰ ਤਾਂ ਜਸੂਸ ਲੱਗਦਾ ਹੈਗਾ, ਕਿਉਂ ਤੂੰ ਸਾਡੇ ਇਲਾਕੇ ਦੇ ਵਿੱਚ ਪਹਿਲੀ ਵਾਰ ਆਇਆ। ਪਰ ਕਹਿੰਦੇ ਜਦੋਂ ਮੈਂ ਬੜੀ ਨਿਮਰਤਾ ਭਾਵ ਦੇ ਨਾਲ ਬੇਨਤੀ ਕੀਤੀ ਕਿ ਮੈਂ ਜਸੂਸ ਨਹੀਂ ਹਾਂ ਅਤੇ ਮੇਰਾ ਨਾਮ ਜਾਣੀ ਕਿ ਇਸ ਤਰ੍ਹਾਂ ਕਰਕੇ ਪਰਮਹੰਸ ਜੋਗਾਨੰਦ ਜੀ ਹੈਗਾ ਅਤੇ ਮੈਂ ਇੱਥੇ ਰਣਵਾਜਪੁਰ ਸ੍ਰੀ ਰਾਮ ਗੋਪਾਲ ਮਜੂਮਦਾਰ ਜਿਹੜੇ ਹੈ ਨਾ ਇਹ ਮਹਾਂਪੁਰਖ ਆ ਉਹਨਾਂ ਨੂੰ ਮਿਲਣਾ ਹੈਗਾ। ਜਦ ਕਹਿੰਦੇ ਬੜੀ ਮੈਂ ਅਧੀਨਤਾ ਦੇ ਨਾਲ ਇਹ ਸਾਰੀ ਗੱਲਬਾਤ ਕੀਤੀ। ਉਸ ਬੰਦੇ ਦੇ ਵਿੱਚ ਕਹਿੰਦੇ ਫਿਰ ਦਇਆ ਆਈ ਅਤੇ ਮੈਨੂੰ ਉਹ ਆਪਣਾ ਜਿਹੜਾ ਟਿਕਾਣਾ ਸੀ ਉੱਥੇ ਲੈ ਗਿਆ। ਉੱਥੇ ਲਿਜਾ ਕੇ ਹੈ ਨਾ ਕਹਿੰਦੇ ਫਿਰ ਉਹਨੇ ਹੈ ਨਾ ਮੇਰੇ ਨਾਲ ਕਾਫੀ ਪ੍ਰਾਹੁਣਚਾਰੀ ਵਾਲਾ ਸਲੂਕ ਕੀਤਾ। ਭਾਵ ਕੀ ਆ ਕਹਿੰਦੇ ਵੀ ਉਹਨੇ ਹੈ ਨਾ ਫਿਰ ਮੇਰੀ ਜਿਹੜੀ ਸੀ ਸੇਵਾ ਕੀਤੀ। ਸੇਵਾ ਦੇ ਵਿੱਚ ਫਿਰ ਉਹਨੇ ਮੈਨੂੰ ਚਾਵਲ ਖਿਲਾਏ। ਚੌਲ ਤੋਂ ਬਾਅਦ ਕਹਿੰਦੇ ਵੀ ਹੋਰ ਵੀ ਜਿਹੜੀ ਸੀਗੇ ਉਹਨੇ ਸਮਾਨ ਜਿਹੜੇ ਸੀ ਨਾਲ ਰੱਖੇ। ਖੈਰ ਕਹਿੰਦੇ ਜਦ
ਉਸ ਤੋਂ ਬਾਅਦ ਕਹਿੰਦੇ ਉਹਨੇ ਮੈਨੂੰ ਕਿਹਾ ਹੈਗਾ ਵੀ ਆਹ ਕਮਰਾ ਹੈਗਾ ਅਤੇ ਇਹਦੇ ਬਾਹਰ ਛੋਟਾ ਜਿਹਾ ਇੱਕ ਬਰਾਂਡਾ ਹੈਗਾ, ਇੱਥੇ ਤੂੰ ਜਿਹੜਾ ਹੈਗਾ ਕਹਿੰਦੇ ਵੀ ਰਾਤ ਕੱਟ ਸਕਦਾ ਹੈਗਾ। ਕਹਿੰਦੇ ਮੈਂ ਉੱਥੇ ਭੁੰਜਾ ਹੀ ਪੈ ਗਿਆ ਜਾਂ ਥੋੜ੍ਹਾ ਜਿਹਾ ਕਹਿੰਦੇ ਉੱਥੇ ਮੈਂ ਥੱਲੇ ਪਿਆ ਹੈਗਾ। ਥੱਲੇ ਪੈਣ ਤੋਂ ਬਾਅਦ ਮੈਨੂੰ ਨੀਂਦ ਨਹੀਂ ਆਈ ਅਤੇ ਪਰ ਮੈਂ ਸੋਚਾਂ ਵੀ ਕਿਹੜੀ ਦਿਨ ਹੈ ਜਿਹੜੇ ਤੇ ਮੈਂ ਰਣਵਾਜਪੁਰ ਜਿਹੜਾ ਹੈਗਾ ਪਹੁੰਚਾ ਹੈਗਾ। ਇਸ ਤਰ੍ਹਾਂ ਕਰਦੇ ਕਰਦੇ ਕਹਿੰਦੇ ਗਿਣਤੀਆਂ ਕਰਦੇ ਮਾੜੀ ਜਿਹੀ ਮੇਰੀ ਅੱਖ ਲੱਗੀ, ਪਰ ਜਦ ਤੜਕਾ ਹੋਇਆ ਅਤੇ ਕਹਿੰਦੇ ਮੈਂ ਜਿਉਂ ਉੱਥੋਂ ਤੁਰਦਾ ਕਹਿੰਦੇ ਫਿਰ ਮੈਂ ਜਿਹੜਾ ਸੀਗਾ ਉਸੇ ਬੰਦੇ ਨੂੰ ਇਹ ਪੁੱਛ ਲਿਆ ਸੀਗਾ ਵੀ ਇਹ ਰਣਵਾਜਪੁਰ ਦਾ ਮੈਨੂੰ ਐਡਰੈਸ ਦੱਸ ਦੇ ਵੀ ਕਿੱਥੇ ਆ। ਕਹਿੰਦੇ ਉਹੀ ਬੰਦਾ ਕਹਿੰਦਾ ਵੀ ਤੂੰ ਰਸਤਾ ਭੁੱਲ ਗਿਆ, ਉਹ ਜਿਹੜਾ ਚਰਾਹਾ ਹੋਣਾ ਸੀਗਾ ਉੱਥੇ ਤੂੰ ਸੱਜੇ ਨਹੀਂ ਸੀ ਮੁੜਨਾ, ਖੱਬੇ ਮੁੜਨਾ ਸੀਗਾ, ਬਸ ਖੱਬਿਓਂ ਤੁਰਿਆ ਜਾ, ਅੱਗੇ ਰਣਵਾਜਪੁਰ ਸਿੱਧਾ ਆ ਜਾਊਗਾ। ਕਹਿੰਦੇ ਉਹ ਜਿਹੜੇ ਬੰਦੇ ਨੇ ਮੈਨੂੰ ਪਹਿਲਾਂ ਐਡਰੈਸ ਦੱਸਿਆ ਸੀਗਾ ਵੀ ਇਹ ਚਰਾਹੇ ਤੋਂ ਸੱਜੇ ਪਾਸੇ ਮੁੜ ਜਾਂਦੇ, ਕਹਿੰਦੇ ਮੈਨੂੰ ਉੱਤੇ ਬੜਾ ਗੁੱਸਾ ਆਇਆ ਵੀ ਮੁੜਨਾ ਤਾਂ ਖੱਬੇ ਪਾਸੇ ਸੀ, ਉਹਨੇ ਸੱਜੇ ਪਾਸੇ ਕਹਿਤਾ ਹੈਗਾ ਅਤੇ ਮੈਨੂੰ ਇੰਨੀਆਂ ਮੁਸੀਬਤਾਂ 'ਚ ਪਾਤਾ। ਖੈਰ ਕਹਿੰਦੇ ਮੈਂ ਦੁਬਾਰਾ ਫਿਰ ਉਸ ਚਰਾਹੇ 'ਤੇ ਪਹੁੰਚਿਆ। ਉਸ ਚਰਾਹੇ ਤੋਂ ਫਿਰ ਮੈਂ ਖੱਬੇ ਪਾਸੇ ਮੁੜਿਆ, ਪਰ ਜਿਉਂ ਤੁਰਿਆ ਤੁਰਦੇ ਕਹਿੰਦੇ ਦੁਪਹਿਰਾ ਹੋ ਗਿਆ, ਗਰਮੀਆਂ ਦੇ ਦਿਨ ਸੀਗੇ। ਜਿਹੜਾ ਵੀ ਕੋਈ ਬੰਦਾ ਰਸਤੇ 'ਚ ਮਿਲੇ ਕਹਿੰਦੇ ਮੈਂ ਉਹਨੂੰ ਹੁਣ ਰਣਵਾਜਪੁਰ ਪੁੱਛਾਂ ਵੀ ਕਿੱਥੇ ਆ। ਹਰੇਕ ਬੰਦਾ ਕਹਿੰਦੇ ਮੈਨੂੰ ਇਹ ਕਹਿ ਦਿਆ ਕਰੇ ਵੀ ਬਸ ਇੱਥੋਂ 1-2 ਮੀਲ ਹੋਰ ਹੈਗਾ ਅੱਗੇ। ਜਿਉਂ ਤੁਰਿਆ ਕਹਿੰਦੇ ਮੈਨੂੰ ਥਕੇਵਾਂ ਹੋ ਗਿਆ, ਗਰਮੀ ਦੇ ਨਾਲ ਮੈਂ ਚੱਕਰ ਖਾ ਕੇ ਡਿੱਗਣ ਵਾਲੀ ਮੇਰੀ ਹਾਲਤ ਹੋ ਗਈ। ਪਰ ਮੇਰੇ ਮਨ ਦੇ ਵਿੱਚ ਕਹਿੰਦੇ ਵੀ ਆਹ ਚੀਜ਼ ਆ ਗਈ ਸੀਗੀ ਕਿ ਇਹਦੇ ਨਾਲ ਤਾਂ ਨਾ ਵਾਪਸ ਮੁੜ ਜਾਣਾ ਹੀ ਚੰਗਾ ਹੈਗਾ। ਜਦੋਂ ਕਹਿੰਦੇ ਮੇਰੇ ਮਨ 'ਚ ਖਿਆਲ ਆਇਆ ਅਤੇ ਮੈਂ ਕੀ ਦੇਖਿਆ ਹੈ ਨਾ, ਸਾਹਮਣੇ ਇੱਕ ਬਿਲਕੁਲ ਛੋਟੇ ਕੱਦ ਵਾਲਾ, ਪਤਲੇ ਸਰੀਰ ਵਾਲਾ, ਕਾਲੀਆਂ ਅੱਖਾਂ ਵਾਲਾ ਇੱਕ ਸ਼ਖਸ ਜਿਹੜਾ ਮੇਰੇ ਸਾਹਮਣੇ ਆ ਗਿਆ। ਜਦ ਕਹਿੰਦੇ ਆ ਗਿਆ ਉਹਨੇ ਮੈਨੂੰ ਬੜੀ ਗੌਰ ਦੇ ਨਾਲ ਤੱਕ ਕੇ ਮੈਨੂੰ ਕਹਿਣ ਲੱਗਾ, ਕਹਿੰਦੇ ਵੀ ਭਾਈ ਤੇਰਾ ਮਨੋਰਥ ਚੰਗਾ ਹੈਗਾ, ਇਸ ਵਾਸਤੇ ਹੈ ਨਾ ਮੈਂ ਤੇਰਾ ਇੰਤਜ਼ਾਰ ਕੀਤਾ ਹੈਗਾ ਇੱਥੇ। ਜਦ ਇੰਨੀ ਗੱਲ ਹੋਈ ਕਹਿੰਦੇ ਵੀ ਮੈਂ ਉਹਦੇ ਬੰਦੇ ਵੱਲ ਦੇਖਾਂ ਵੀ ਇਹ ਬੰਦਾ ਕੌਣ ਹੈਗਾ ਜਿਹੜਾ ਬਿਨਾਂ ਕਿਸੇ ਜਾਣਕਾਰੀ ਦੇ ਮੇਰੇ ਨਾਲ ਇਹ ਗੱਲ ਕਰ ਰਿਹਾ ਹੈਗਾ। ਅਤੇ ਫਿਰ ਕਹਿੰਦੇ ਉਹਨੇ ਮੈਨੂੰ ਦੂਸਰਾ ਵਚਨ ਇਹ ਕੀਤਾ, ਕਹਿੰਦਾ ਵੀ ਤੂੰ ਕੀ ਸਮਝਦਾ ਹੈਗਾ ਕਿ ਤੂੰ ਕਿਸੇ ਸੂਚਨਾ ਦੇ ਬਗੈਰ ਹੀ ਮੈਨੂੰ ਕਹਿੰਦੇ ਪਕੜਨਾ ਚਾਹੁੰਦਾ ਸੀਗਾ। ਅਤੇ ਤੀਸਰਾ ਕਹਿੰਦੇ ਉਹਨੂੰ ਵਚਨ ਕੀਤਾ ਜਿਹੜਾ ਬਿਹਾਰੀ ਪੰਡਤ ਆ, ਉਹ ਸੰਸਕ੍ਰਿਤ ਦਾ ਪ੍ਰੋਫੈਸਰ ਹੈਗਾ, ਕਹਿੰਦੇ ਉਹਨੂੰ ਕੋਈ ਅਧਿਕਾਰ ਨਹੀਂ ਵੀ ਤੈਨੂੰ ਮੇਰਾ ਪਤਾ ਦੱਸਦਾ ਕਿ ਮੈਂ ਇੱਥੇ ਰਣਵਾਜਪੁਰ ਰਹਿੰਦਾ ਹੈਗਾ। ਜਦੋਂ ਤੈਨੇ 2-3 ਗੱਲਾਂ ਕੀਤੀਆਂ ਤਾਂ ਮੇਰੇ ਮਨ ਦੇ ਵਿੱਚ ਆਇਆ, ਮੈਂ ਕਿਹਾ ਵੀ ਇਹ ਸ਼੍ਰੀ ਰਾਮ ਗੋਪਾਲ ਮਜੂਮਦਾਰ ਜਿਹੜੇ ਸੰਤ ਹੈਗੇ ਆ ਇਹੋ ਹੀ ਆ, ਹੋਰ ਤਾਂ ਕੋਈ ਹੈ ਨਹੀਂ ਹੈ। ਕਹਿੰਦੇ ਮੈਂ ਜਦ ਇਸ ਤਰ੍ਹਾਂ ਜਿਹੜਾ ਸੀ ਉਹਨਾਂ ਦੇ ਬਲ ਪ੍ਰਸ਼ਨ ਦੀ ਨਜ਼ਰ ਨਾਲ ਦੇਖ ਰਿਹਾ ਸੀਗਾ ਅਤੇ ਫਿਰ ਕਹਿੰਦੇ ਉਹਨਾਂ ਨੇ ਕਿਹਾ, ਕਹਿੰਦੇ ਲੱਗਦਾ ਤੈਨੂੰ ਬੜੀ ਤਕਲੀਫ ਹੋਈ ਆ ਜਦੋਂ ਤੂੰ ਸਾਡੇ ਪਾਸੇ ਪਹੁੰਚਿਆ ਹੈਗਾ, ਪਰ ਇਸ ਤਕਲੀਫ ਦਾ ਕਾਰਨ ਇਹ ਹੈ, ਇਹ ਤੇਰੀ ਹਉਮੈ ਹੈਗੀ ਆ। ਉਹ ਕੀ ਆ ਕਿ ਉਹਨਾਂ ਨੇ ਦੱਸਿਆ ਸੀ ਕਿ ਜਦੋਂ ਤੂੰ ਤਾਰਕੇਸ਼ਵਰ ਮੰਦਿਰ 'ਚ ਗਿਆ ਸੀਗਾ ਹੈ ਨਾ, ਉੱਥੇ ਤੂੰ ਸਮਝਿਆ ਸੀਗਾ ਕਿ ਇਹ ਜਿਹੜਾ ਪੱਥਰ ਦੇ ਵਿੱਚ ਮੂਰਤੀਮਾਨ ਬ੍ਰਹਮ ਹੈਗਾ, ਇਹ ਜਿਹੜਾ ਬ੍ਰਹਮ ਹੈਗਾ ਇਹ ਪੱਥਰ ਹੈਗਾ, ਇਹ ਪ੍ਰਕਾਸ਼ ਨਹੀਂ ਹੋ ਸਕਦਾ। ਪਰ ਉਹ ਕਹਿੰਦੇ ਵੀ ਇਸ ਕਰਕੇ ਤੂੰ ਉਹਨੂੰ ਮੱਥਾ ਨਹੀਂ ਟੇਕਿਆ, ਪਹਿਲੇ ਤਾਂ ਤੂੰ ਅਵਗਿਆ ਇਹ ਕੀਤੀ ਹੈਗੀ। ਕਹਿੰਦੇ ਗੱਲ ਜ਼ਰੂਰ ਹੈਗਾ ਕਿ ਹਰੇਕ ਜਿਹੜਾ ਬੰਦਾ ਕੋਈ ਸਾਧਕ ਹੈ ਨਾ, ਜਦੋਂ ਕਹਿੰਦਾ ਹੈਗਾ ਉਹ ਆਪਣਾ ਰਸਤਾ ਅਪਣਾਉਂਦਾ ਹੈਗਾ, ਤੋ ਕਹਿੰਦਾ ਹੈ ਵੀ ਜਿਹੜਾ ਮੈਂ ਰਸਤਾ ਅਪਣਾਇਆ ਬਿਲਕੁਲ ਠੀਕ ਹੈਗਾ। ਕਹਿੰਦੇ ਇਹ ਗੱਲ ਬਿਲਕੁਲ ਸਹੀ ਆ ਕਿ ਯੋਗ ਸਾਧਨਾ ਦੇ ਨਾਲ ਜਿਸ ਪ੍ਰਕਾਰ ਜਿਹੜਾ ਨਾ ਵਾਹਿਗੁਰੂ ਅੰਦਰੋਂ ਮਿਲ ਜਾਂਦਾ ਪਰਮਾਤਮਾ, ਪਰ ਕਹਿੰਦੇ ਜਦੋਂ ਅੰਦਰੋਂ ਮਿਲ ਗਿਆ ਹੈਗਾ ਅਤੇ ਉਹਨੂੰ ਬਾਹਰ ਵੀ ਹਰੇਕ ਚੀਜ਼ ਦੇ ਵਿੱਚ ਪਰਮਾਤਮਾ ਨਜ਼ਰ ਆਉਂਦਾ ਹੈਗਾ। ਅਤੇ ਪਰ ਕਹਿੰਦੇ ਜੋਗਾਨੰਦ ਜੀ ਕਹਿਣ ਲੱਗੇ, ਉਹੀ ਜਿਹੜੇ ਸ਼੍ਰੀ ਰਾਮ ਗੋਪਾਲ ਜਿਹੜੇ ਸੀਗੇ ਮੈਨੂੰ ਕਹਿਣ ਲੱਗੇ ਕਿ ਤੈਨੂੰ ਉਸ ਪੱਥਰ ਦੇ ਵਿੱਚੋਂ ਬ੍ਰਹਮ ਜਿਹੜਾ ਉਹ ਦਿਖਾਈ ਨਹੀਂ ਦਿੱਤਾ ਹੈ। ਕਹਿੰਦੇ ਉਹਦੀ ਗੱਲ ਸੁਣ ਕੇ ਫਿਰ ਮੈਂ ਚੁੱਪ ਕਰ ਗਿਆ ਸੀ। ਉਸ ਤੋਂ ਬਾਅਦ ਕਹਿੰਦੇ ਉਹਨੇ ਹੈ ਨਾ ਗੱਲ ਕੱਢਦਿਆਂ ਮੈਨੂੰ ਇਹ ਗੱਲ ਕਹਿ ਦਿੱਤੀ ਸੀਗੀ ਕਿ ਇਸੇ ਹਉਮੈ ਕਰਕੇ ਉਹ ਬੰਦੇ ਨੇ ਹੈ ਨਾ ਤੈਨੂੰ ਗਲਤ ਜਿਹੜਾ ਰਸਤਾ ਸੀ ਦੱਸ ਦਿੱਤਾ ਕਿ ਮੁੜਨਾ ਤੂੰ ਖੱਬੇ ਪਾਸੇ ਸੀ, ਉਸ ਰਾਹਗੀਰੀ ਨੇ ਤੈਨੂੰ ਸੱਜੇ ਪਾਸੇ ਦੱਸ ਦਿੱਤਾ ਸੀਗਾ। ਜਦ ਕਹਿੰਦੇ ਸਾਰੀਆਂ ਭੇਦ ਭਰੀਆਂ ਗੱਲਾਂ ਜਿਹੜੀਆਂ ਸੀ ਸ਼੍ਰੀ ਰਾਮ ਗੋਪਾਲ ਜੀ ਨੇ ਦੱਸੀਆਂ, ਅਤੇ ਕਹਿੰਦੇ ਮੈਂ ਮਨ 'ਚ ਬੜਾ ਹੈਰਾਨ ਸੀਗਾ ਵੀ ਇਹ ਘਟਨਾਵਾਂ ਤਾਂ ਮੇਰੇ ਨਾਲ ਹੋਈਆਂ, ਪਰ ਸਾਰੀਆਂ ਘਟਨਾਵਾਂ ਦਾ ਵੇਰਵਾ ਉਹਨੇ ਮੈਨੂੰ ਸਹਿਜ ਦੇ ਨਾਲ ਦੇ ਦਿੱਤਾ। ਅਤੇ ਦੂਸਰੀ ਗੱਲ ਇਹ ਸੀ, ਕਹਿੰਦੇ ਕਿ ਜਦੋਂ ਮੈਂ ਇਹਨਾਂ ਦੇ ਦਰਸ਼ਨ ਕਰਨ ਆਇਆ ਸੀ ਸ਼੍ਰੀ ਰਾਮ ਗੋਪਾਲ ਜੀ ਦੇ, ਅਤੇ ਮੈਂ ਆਪਣੇ ਗੁਰੂ ਤੋਂ ਆਗਿਆ ਲੈ ਕੇ ਨਹੀਂ ਸੀ ਆਇਆ। ਜਦੋਂ ਕਹਿੰਦੇ ਮੇਰਾ ਗੁਰੂ ਜਗਤੇਸ਼ਵਰ ਤੋਂ ਮੈਂ ਜਾਣੀ ਕਿ ਪਾਸਾ ਵੱਟ ਕੇ ਜਦੋਂ ਆਇਆ ਸੀਗਾ, ਅਤੇ ਇਹਨਾਂ ਨੇ ਮੈਨੂੰ ਇਹ ਗੱਲ ਆਖੀ ਸੀ, ਕਹਿੰਦੇ ਵੀ ਨੌਜਵਾਨ ਗੱਲ ਇੱਕ ਹੈਗੀ ਆ ਵੀ ਤੂੰ ਆਪਣੇ ਗੁਰੂ ਦੇ ਕੋਲੋਂ ਭੱਜ ਕੇ ਆਇਆ ਹੈਗਾ, ਇਹ ਗੱਲ ਤੇਰੇ ਵਾਸਤੇ ਚੰਗੀ ਨਹੀਂ ਆ, ਕਿਉਂਕਿ ਤੇਰੇ ਗੁਰੂ ਦੇ ਕੋਲ ਹੀ ਸਭ ਕੁਝ ਹੈਗਾ। ਜਿਸ ਚੀਜ਼ ਦੀ ਤੈਨੂੰ ਇੱਛਾ ਹੈ ਨਾ ਉਹ ਚੀਜ਼ ਤੈਨੂੰ ਤੇਰੇ ਗੁਰੂ ਦੇ ਕੋਲੋਂ ਮਿਲ ਜੂਗੀ, ਇਸ ਕਰਕੇ ਤੈਨੂੰ ਵਾਪਸ ਜਾਣਾ ਚਾਹੀਦਾ ਹੈਗਾ। ਬਾਕੀ ਜਗਤੇਸ਼ਵਰ ਜੀ ਨੇ ਜਿਹੜੀ ਇਹ ਗੱਲ ਕਹੀ ਸੀ, ਕਹਿੰਦੇ ਵੀ ਮੇਰੇ ਮਨ ਦੇ ਵਿੱਚ ਸੀਗਾ ਕਿ ਜਿਹੜੇ ਪਹਾੜ ਹੈਗੇ ਆ, ਇਹਨਾਂ ਪਹਾੜਾਂ ਦੇ ਵਿੱਚ ਰਹਿ ਕੇ ਮੈਂ ਕਿਸੇ ਇਕਾਂਤ ਗੁਫਾ ਦੇ ਵਿੱਚ ਭਜਨ ਸਿਮਰਨ ਕਰਾਂਗਾ, ਪਰ ਕਹਿੰਦੇ ਵੀ ਉਹਨੇ ਕਹਿ ਦਿੱਤਾ ਸੀਗਾ ਕਿ ਇਹ ਜਿਹੜੇ ਪਹਾੜ ਵਾ ਇਹ ਤੇਰੇ ਗੁਰੂ ਨਹੀਂ ਹੈਗੇ ਆ, ਕਿਉਂਕਿ ਜਗਤੇਸ਼ਵਰ ਜੀ ਨੇ ਇਹ ਕਿਹਾ ਸੀਗਾ ਕਿ ਪਹਾੜਾਂ ਵਿੱਚ ਹੋਰ ਵੀ ਦੁਨੀਆ ਰਹਿੰਦੀ ਹੈਗੀ ਆ, ਲੇਕਿਨ ਉਹਨਾਂ ਨੂੰ ਕਿੰਨਾ ਕੁ ਕਿਤੇ ਅਧਿਆਤਮਕ ਗਿਆਨ ਹੋ ਜਾਂਦਾ। ਇਹਦਾ ਮਤਲਬ ਇਹ ਹੈਗਾ ਕਿ ਕਿਸੇ ਦੇ ਵਾਸਤੇ ਜਿਹੜੇ ਨਾ ਪਹਾੜਾਂ ਦੇ ਵਿੱਚ ਰਹਿ ਕੇ ਭਜਨ ਬੰਦਗੀ ਕਰਨੀ ਜਾਂ ਸਮਾਧੀ ਲਾਉਣੀ, ਉਹ ਕੋਈ ਕੁਦਰਤ ਦਾ ਵਿਧਾਨ ਨਹੀਂ ਹੈਗਾ।
ਅਗਰ ਅਸੀਂ ਰੱਬ ਦੀ ਤਲਾਸ਼ ਕਰਨੀ ਹੈ ਤਾਂ ਸਾਨੂੰ ਉੱਚ ਕੋਟੀ ਦੇ ਜਿਹੜੇ ਸਾਧੂ ਸੰਤ ਮਹਾਤਮਾ ਹਨ ਉਹਨਾਂ ਦੀ ਸੰਗਤ ਕਰਨੀ ਚਾਹੀਦੀ ਹੈ। ਕਹਿੰਦੇ ਉਹਨਾਂ ਦੇ ਇਹਨਾਂ ਸਮਝਾਉਣ ਦੇ ਬਾਵਜੂਦ ਵੀ ਨਾ ਮੇਰੇ ਮਨ ਦੇ ਵਿੱਚ ਜਿਹੜਾ ਸੀ ਪਹਾੜਾਂ ਦੇ ਵਿੱਚ ਰਹਿਣ ਦਾ ਜਿਹੜੀ ਲਾਲਸਾ ਸੀਗੀ, ਕਹਿੰਦੇ ਫਿਰ ਵੀ ਨਹੀਂ ਸੀ ਗਈ। ਪਰ ਜਦੋਂ ਸ੍ਰੀ ਰਾਮ ਗੋਪਾਲ ਮਜੂਰ ਦਾਸ ਮਹਾਂਪੁਰਖਾਂ ਨੇ ਮੈਨੂੰ ਸਾਰੀ ਗੱਲ ਸਮਝਾਈ ਸੀ, ਉਹਨਾਂ ਨੇ ਇਹ ਗੱਲ ਦੱਸੀ ਸੀਗੀ ਕਿ ਪਰਮਾਤਮਾ ਤਾਂ ਤੇਰੇ ਅੰਦਰ ਹੀ ਹੈਗਾ, ਪਰ ਇਹ ਗੱਲ ਵੱਖਰੀ ਆ ਕਿ ਜੇ ਕੋਈ ਪਰਮਾਤਮਾ ਨੂੰ ਪਾਉਣਾ ਚਾਹੇ ਤਾਂ ਉਹ ਆਪਣੇ ਅੰਦਰੋਂ ਪਾ ਸਕਦਾ ਹੈਗਾ, ਪਰ ਅੰਦਰੋਂ ਪਾਉਣ ਵਾਸਤੇ ਕੋਈ ਕਸ਼ਟ ਸਹਾਰਨ ਵਾਸਤੇ ਤਿਆਰ ਨਹੀਂ ਆ। ਐਵੇਂ ਕਹਿੰਦੇ ਲੋਕੀ ਜਿਹੜੇ ਹਨ ਇੱਧਰ ਉੱਧਰ ਭਰਮਾ ਕੇ ਘੁੰਮ ਘੰਮ ਕੇ ਆਪਣਾ ਸਮਾਂ ਵਿਅਰਥ ਕਰਦੇ ਆ। ਚਾਹੇ ਕਹਿੰਦੇ ਸੂਰਜ ਚਾਂਦ ਤੋਂ ਪੱਛਮ ਤੱਕ ਚਲੇ ਜਾਓ, ਜਦੋਂ ਵੀ ਕਹਿੰਦੇ ਰੱਬ ਮਿਲੂਗਾ ਨਾ ਤੈਨੂੰ ਅੰਦਰੋਂ ਹੀ ਮਿਲੂਗਾ। ਜਦ ਕਹਿੰਦੇ ਸਾਰੀ ਗੱਲਬਾਤ ਹੋਈ ਤੇ ਕਹਿੰਦੇ ਮੈਂ ਸਾਰੀ ਗੱਲਬਾਤ ਨਾਲ ਕਹਿੰਦੇ ਸਿਰ ਹਿਲਾਤਾ ਤੇ ਸਹਿਮਤੀ ਪ੍ਰਗਟ ਕੀਤੀ। ਜਦੋਂ ਕਹਿੰਦੇ ਸਹਿਮਤੀ ਪ੍ਰਗਟ ਕੀਤੀ ਤਾਂ ਫਿਰ ਸ੍ਰੀ ਰਾਮ ਗੋਪਾਲ ਜੀ ਨੇ ਮੈਨੂੰ ਕਿਹਾ ਸੀਗਾ, ਕਹਿੰਦੇ ਦੇਖ ਭਾਈ ਤੇਰੇ ਪਾਸ ਇੱਕ ਛੋਟਾ ਜਿਹਾ ਕਮਰਾ ਹੈ, ਕਹਿੰਦੇ ਅਗਰ ਤੇਰੇ ਪਾਸ ਛੋਟਾ ਜਿਹਾ ਕਮਰਾ ਤੂੰ ਬਸ ਉਹਦਾ ਦਰਵਾਜ਼ਾ ਬੰਦ ਕਰ ਲਾ, ਦਰਵਾਜ਼ਾ ਬੰਦ ਕਰਕੇ ਇਕਾਂਤ ਵਿੱਚ ਬੈਠ ਜਾਈਂ, ਇਕਾਂਤ ਦੇ ਵਿੱਚ ਬੈਠ ਜਾਈਂ ਤੇ ਬਸ ਇਹ ਤੇਰੀ ਗੁਫਾ ਹੈਗੀ ਆ। ਬਸ ਇਸੇ ਹੀ ਗੁਫਾ ਦੇ ਵਿੱਚ ਤੂੰ ਹੈ ਨਾ ਪਰਮਾਤਮਾ ਦੇ ਦੀਦਾਰ ਜਿਹੜੇ ਹੈਗੇ ਇਸੇ ਵਿੱਚ ਹੀ ਕਰਨੇ ਹੈ, ਕਿਉਂਕਿ ਇਕਾਂਤ ਸਾਧਨਾ ਦਾ ਵਿੱਚ ਹੀ ਹੈ ਨਾ, ਇਸ ਤੂੰ ਸਮਝ ਲੈ ਕਿ ਇਹ ਤੇਰੀ ਗੁਫਾ, ਇਹ ਤੇਰੇ ਪਹਾੜ ਹੈਗੇ ਸਾਧਨਾ। ਜਦੋਂ ਤੂੰ ਇਸ ਤਰ੍ਹਾਂ ਜਿਹੜੀ ਹੈ ਉਹ ਸਾਧਨਾ ਕਰੂੰਗਾ ਤਾਂ ਫਿਰ ਇੱਕ ਦਿਨ ਹੈ ਨਾ ਤੂੰ ਆਪਣੀ ਮੰਜ਼ਿਲ 'ਤੇ ਜ਼ਰੂਰ ਪਹੁੰਚ ਜਾਊਂਗਾ। ਜਦੋਂ ਕਹਿੰਦੇ ਸਾਰੀ ਜਿਹੜੀ ਗੱਲਬਾਤ ਸ੍ਰੀ ਰਾਮ ਗੋਪਾਲ ਮੌਜੂਦ ਦਾਸ ਨੇ ਕਹਿੰਦੇ ਮੈਨੂੰ ਦੱਸੀ ਸੀ, ਤਾਂ ਫਿਰ ਕਹਿੰਦੇ ਮੈਨੂੰ ਪਤਾ ਲੱਗਾ ਕਿ ਇਹਨਾਂ ਨੂੰ ਸਦਾ ਜਾਗਰਤ ਸੰਤ ਕਿਉਂ ਕਹਿੰਦੇ ਆ, ਕਿਉਂਕਿ ਸਾਰੀਆਂ ਘਟਨਾਵਾਂ ਜਿਹੜਾ ਵੇਰਵਾ ਸੀ ਕਹਿੰਦੇ ਉਹਨਾਂ ਨੇ ਮੇਰੇ ਨਾਲ ਸਹਿਜ ਦੇ ਵਿੱਚ ਕੀਤਾ ਸੀ ਜਦ ਕਿ ਮੈਂ ਉਹਨਾਂ ਨੂੰ ਪਹਿਲੀ ਵਾਰ ਮਿਲਿਆ ਸੀਗਾ। ਉਸ ਤੋਂ ਬਾਅਦ ਕਹਿੰਦੇ ਕੀ ਹੋਇਆ, ਕਹਿੰਦੇ ਮੈਨੂੰ ਹੈ ਨਾ ਉਹ ਫੜ ਕੇ ਆਪਣੀ ਝੁੱਗੀ ਵਿੱਚ ਲੈ ਗਏ, ਜਾਂ ਝੁੱਗੀ 'ਚ ਲਗਾਏ ਜਿਸ ਜਗ੍ਹਾ ਕਹਿੰਦੇ ਰਹਿੰਦੇ ਸੀ। ਮੈਂ ਦੇਖਿਆ ਕਿ ਉੱਥੇ ਕੱਚੀਆਂ ਇੱਟਾਂ ਦਾ ਮਕਾਨ ਸੀਗਾ ਅਤੇ ਜਿਹੜੀਆਂ ਮਿੱਟਾਂ ਨੂੰ ਜਿਹੜੇ ਸੀ ਉਹ ਮਿੱਟੀ ਦਾ ਲੇਪ ਲੱਗਾ ਸੀ। ਛੱਤਾਂ ਵੀ ਜਿਹੜੀਆਂ ਉਹ ਨਾਰੀਅਲ ਦੇ ਪੱਤਿਆਂ ਦੀਆਂ ਸੀਗੀਆਂ। ਉਸ ਤੋਂ ਬਾਅਦ ਕਹਿੰਦੇ ਉਹਨਾਂ ਮਹਾਤਮਾ ਨੇ ਮੈਨੂੰ ਨਿੰਬੂ ਦੀ ਸ਼ਿਕੰਜਵੀ ਪਿਲਾਈ ਅਤੇ ਨਾਲ ਮਿਸ਼ਰੀ ਦਾ ਪ੍ਰਸ਼ਾਦ ਵੀ ਦੇ ਦਿੱਤਾ। ਕਹਿੰਦੇ ਸ਼ਿਕੰਜਵੀ ਪੀ ਕੇ ਮਿਸ਼ਰੀ ਦਾ ਪ੍ਰਸ਼ਾਦ ਖਾ ਕੇ ਫਿਰ ਅਸੀਂ ਜਿਹੜੇ ਸੀਗੇ ਦੋਨੇ ਜਣੇ ਪਦਮ ਆਸਣ ਲਾ ਕੇ ਬੈਠ ਗਏ। ਜਦ ਪਦਮ ਆਸਣ ਲਾ ਕੇ ਧਿਆਨ 'ਚ ਬੈਠਿਆਂ ਕਹਿੰਦੇ 4 ਘੰਟੇ ਬੀਤ ਗਏ। 4 ਘੰਟਿਆਂ ਬਾਅਦ ਕਹਿੰਦੇ ਕੁਦਰਤੀ ਜਿਹੜੀ ਸੀ ਉਹ ਮੇਰੇ ਮਨ ਦੇ ਵਿੱਚ ਜਿਹੜੀ ਹੈ ਨਾ ਭੁੱਖ ਦੀ ਉਹ ਖਿੱਚ ਬਣੀ। ਜਦ ਭੁੱਖ ਦੀ ਖਿੱਚ ਬਣੀ ਤਾਂ ਮੈਂ ਅੱਖਾਂ ਖੋਲ੍ਹੀਆਂ ਅਤੇ ਮੈਂ ਕੀ ਦੇਖਿਆ ਕਿ ਸ੍ਰੀ ਰਾਮ ਗੋਪਾਲ ਜਿਹੜੇ ਉਸ ਤਰ੍ਹਾਂ ਹੀ ਬੈਠੇ ਆ ਭਜਨ ਦੇ ਵਿੱਚ। ਖੈਰ ਕਹਿੰਦੇ ਜਦੋਂ ਮੈਂ ਉਹਨਾਂ ਵੱਲ ਦੇਖਣ ਲੱਗ ਪਿਆ ਉਹਨਾਂ ਦੀ ਵੀ ਸਮਾਧੀ ਖੁੱਲ੍ਹ ਗਈ ਤਾਂ ਮੈਨੂੰ ਕਹਿਣ ਲੱਗੇ, ਕਹਿੰਦੇ ਲੱਗਦਾ ਵੀ ਤੈਨੂੰ ਭੁੱਖ ਲੱਗੀ ਆ, ਇਸ ਕਰਕੇ ਕਹਿੰਦੇ ਵੀ ਮੈਂ ਤੇਰੇ ਵਾਸਤੇ ਹੈ ਨਾ ਭੋਜਨ ਦਾ ਹੁਣੇ ਇੰਤਜ਼ਾਮ ਕਰਦਾ। ਕਹਿੰਦੇ ਮੇਰੇ ਕਹਿਣ ਦੇ ਬਾਵਜੂਦ ਵੀ ਉਹਨਾਂ ਨੇ ਭੋਜਨ ਬਣਾਉਣ ਵਿੱਚ ਮੇਰੀ ਕੋਈ ਸਹਾਇਤਾ ਨਹੀਂ ਲਈ। ਆਪ ਵੀ ਕਹਿੰਦੇ ਉਹਨਾਂ ਨੇ ਜਿਹੜੇ ਦਾਲ ਚਾਵਲ ਸੀਗੇ ਉਹ ਤਿਆਰ ਕੀਤੇ, ਤਿਆਰ ਕਰਕੇ ਕਹਿੰਦੇ ਮੈਨੂੰ ਭੋਜਨ ਛਕਾ ਦਿੱਤਾ। ਉਸ ਤੋਂ ਬਾਅਦ ਫਿਰ ਕਹਿੰਦੇ ਜਦ ਸ਼ਾਮ ਹੋਈ ਇੱਕ ਪੁਰਾਣਾ ਕੰਬਲ ਜਿਹੜਾ ਸੀਗੇ ਪੁਰਾਣੇ ਕੰਬਲ ਕਹਿੰਦੇ ਉਹ ਜਿਹੜੇ ਪੁਰਾਣੇ ਕੰਬਲ ਸੀ ਉਹ ਮੇਰੇ ਥੱਲੇ ਵਿਛਾਤੇ ਤਾਂ ਆਪ ਇੱਕ ਘਾਹ ਫੂਸ ਦਾ ਜਿਹੜੀ ਚਟਾਈ ਸੀ ਉਹ 'ਤੇ ਲੰਮੇ ਪੈ ਗਏ। ਜਦੋਂ ਕਹਿੰਦੇ ਲੰਮੇ ਪਏ ਤਾਂ ਕਹਿੰਦੇ ਫਿਰ ਮੈਂ ਉਹਨਾਂ ਨੂੰ ਇਹ ਗੱਲ ਜਿਹੜੀ ਆਖੀ ਆ, ਮੈਂ ਉਹਨਾਂ ਨੂੰ ਕਿਹਾ ਹੈਗਾ ਕਿ ਕੀ ਤੁਸੀਂ ਮੈਨੂੰ ਸਮਾਧੀ ਦਾ ਅਨੁਭਵ ਨਹੀਂ ਕਰਾ ਸਕਦੇ। ਅਤੇ ਕਹਿੰਦੇ ਫਿਰ ਸ੍ਰੀ ਰਾਮ ਗੋਪਾਲ ਜੀ ਨੇ ਮੈਨੂੰ ਆਖਿਆ ਸੀਗਾ ਜਦੋਂ ਅਸੀਂ ਲੰਮੇ ਰਾਤ ਨੂੰ ਪਏ ਸੀ, ਉਹ ਕਹਿੰਦੇ ਵੀ ਮੈਂ ਸਮਾਧੀ ਦਾ ਅਨੁਭਵ ਜਿਹੜਾ ਹੈ ਨਾ ਮੈਂ ਆਪਣੀ ਖੁਸ਼ੀ ਦੇ ਨਾਲ ਤੈਨੂੰ ਕਰਾ ਸਕਦਾ ਹੈਗਾ, ਪਰ ਇਸ ਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਜਿਹੜੀ ਖੁਸ਼ੀ ਹੈਗੀ ਆ ਮੈਂ ਤੇਰੇ ਨਾਲ ਸਾਂਝੀ ਕਰਾਂ। ਅਸਲ ਦੀ ਗੱਲ ਇਹ ਹੈ ਕਿ ਇਹ ਚੀਜ਼ ਮੇਰੇ ਅਧਿਕਾਰ ਖੇਤਰ ਵਿੱਚ ਨਹੀਂ ਹੈਗੀ ਕਿ ਮੈਂ ਤੈਨੂੰ ਸਮਾਧੀ ਦਾ ਅਨੁਭਵ ਕਰਾਵਾਂ। ਤੈਨੂੰ ਸਮਾਧੀ ਦਾ ਅਨੁਭਵ ਤੇਰੇ ਗੁਰੂ ਜਿਹੜੇ ਜਗਤੇਸ਼ ਭਰਾ ਉਹ ਤੈਨੂੰ ਕਹਿੰਦੇ ਕਰਾਉਣਗੇ। ਕਹਿੰਦੇ ਉਸ ਤੋਂ ਬਾਅਦ ਕਹਿੰਦੇ ਫਿਰ ਮੈਨੂੰ ਉਹਨੂੰ ਕਹਿਣ ਲੱਗੇ, ਕਹਿੰਦੇ ਗੱਲ ਇੱਕ ਹੈਗੀ ਆ, ਅਸਲ ਦੇ ਵਿੱਚ ਤੇਰੇ ਮਨ 'ਚ ਕਾਹਲੀ ਬੜੀ ਆ, ਪਰ ਕਹਿੰਦੇ ਜਿੱਦਾਂ ਬਹੁਤ ਵੱਡਾ ਕੋਈ ਹੈ ਨਾ ਬਿਜਲੀ ਦਾ ਪਾਵਰ ਹਾਊਸ ਹੋਵੇ ਅਤੇ ਉਹਦੇ ਵਿੱਚੋਂ ਅਗਰ ਕੋਈ ਜਿਹੜੀ ਪਾਵਰ ਹੈ ਕਿਸੇ ਛੋਟੇ ਬਲਬ ਨੂੰ ਦੇ ਦਿੱਤੀ ਜਾਵੇ ਉਹ ਛੋਟਾ ਬਲਬ ਫਟ ਜਾਊਗਾ। ਇਸੇ ਕਰਕੇ ਕਹਿੰਦੇ ਵੀ ਤੈਨੂੰ ਹਜੇ ਹੈ ਨਾ ਜਿਹੜੀ ਇਹ ਸਮਾਧੀ ਦਾ ਅਨੁਭਵ ਹੈ ਇਸ ਕਰਕੇ ਨਹੀਂ ਕਰਾਇਆ ਗਿਆ ਕਿਉਂਕਿ ਤੇਰੇ ਵਿੱਚ ਅਜੇ ਉਹ ਯੋਗਤਾ ਨਹੀਂ ਹੈ ਜਿਹੜੀ ਸਮਾਧੀ ਵਾਲੇ ਦੇ ਸਾਧਕ ਦੇ ਵਿੱਚ ਹੋਣੀ ਚਾਹੀਦੀ ਹੈਗੀ ਆ। ਕਿਉਂ ਅਗਰ ਕਹਿੰਦੇ ਮੈਂ ਤੈਨੂੰ ਸਮਾਧੀ ਦੀ ਜਿਹੜੀ ਹੈਗੀ ਉਹ ਸਿਕਸ਼ਾ ਦੇ ਵੀ ਦੇਵਾਂ ਤਾਂ ਤੇਰੀਆਂ ਜਿਹੜੀਆਂ ਵੀ ਨਾੜੀਆਂ ਹੈਗੀਆਂ ਨਾ ਉਹਦੇ ਵਿੱਚ ਤੈਨੂੰ ਇਸ ਤਰ੍ਹਾਂ ਪ੍ਰਤੀਤ ਹੋਊਗਾ ਜਿਵੇਂ ਇਹਨਾਂ ਨਾੜੀਆਂ ਵਿੱਚ ਅੱਗ ਲੱਗ ਗਈ ਆ, ਕਿਉਂਕਿ ਹਜੇ ਜਿਹੜੀਆਂ ਤੇਰੀਆਂ ਨਾੜੀਆਂ ਹਨ ਚੇਤਨ ਸੱਤਾ ਦੀ ਹਾਲਤ ਵਿੱਚ ਨਹੀਂ ਆਈਆਂ ਜਿਸ ਹਾਲਤ ਦੇ ਵਿੱਚ ਜਿਹੜਾ ਸਾਧਕ ਹੈਗਾ ਇਸ ਅਜਰ ਨੂੰ ਜਰ ਸਕੇ। ਇਹ ਕਹਿੰਦੇ ਜਦ ਸਾਰੀ ਗੱਲਬਾਤ ਜਿਹੜੀ ਸੀ ਸ੍ਰੀ ਰਾਮ ਗੋਪਾਲ ਜੀ ਹੁਣਾਂ ਨੇ ਕਹਿੰਦੇ ਮੈਨੂੰ ਸਮਝਾਈ ਸੀ। ਫਿਰ ਕਹਿੰਦੇ ਮੈਂ ਚੁੱਪ ਕਰ ਗਿਆ। ਉਸ ਤੋਂ ਬਾਅਦ ਕਹਿੰਦੇ ਜਦੋਂ ਮੈਂ ਲੰਮਾ ਪਿਆ ਤਾਂ ਕਹਿੰਦੇ ਐਸੀ ਕਿਰਪਾ ਹੋਈ ਆ ਕਿ ਮੈਨੂੰ ਲੰਮੇ ਪਿਆ ਹੈ ਨਾ ਜਿਹੜੇ ਬਿਜਲੀ ਦੀਆਂ ਲਹਿਰਾਂ ਸੀਗੀਆਂ ਇਹ ਕਹਿੰਦੇ ਅੰਦਰੋਂ ਮੈਨੂੰ ਦਿਖਾਈ ਦੇਣ ਲੱਗ ਪਈਆਂ। ਜਦ ਬਿਜਲੀ ਦੀਆਂ ਲਹਿਰਾਂ ਵਰਗੇ ਕਹਿੰਦੇ ਸਾਰੇ ਜਿਹੜੇ ਦ੍ਰਿਸ਼ ਸੀਗੇ ਮੈਨੂੰ ਦਿਸਣ ਲੱਗੇ ਤਾਂ ਮੈਂ ਹੈਰਾਨ ਹੋ ਗਿਆ ਕਿ ਇਹ ਬਿਜਲੀ ਦੀਆਂ ਲਹਿਰਾਂ ਕਿੱਥੋਂ ਆ ਗਈਆਂ। ਪਰ ਜਦ ਮੈਂ ਅੱਖਾਂ ਖੋਲ੍ਹੀਆਂ ਅਤੇ ਮੈਂ ਕੀ ਦੇਖਿਆ ਉਹੀ ਜਿਹੜੀਆਂ ਬਿਜਲੀ ਦੀਆਂ ਲਹਿਰਾਂ ਮੈਨੂੰ ਅੰਦਰ ਦਿਖਾਈ ਦਿੰਦੀਆਂ ਸੀਗੀਆਂ ਉਹੀ ਕਹਿੰਦੇ ਮੈਨੂੰ ਅੱਖਾਂ ਖੋਲ੍ਹ ਕੇ ਪੂਰੇ ਅਸਮਾਨ 'ਚ ਦਿਖਾਈ ਦੇਣ ਲੱਗ ਪਈਆਂ। ਜਦ ਦਿਖਾਈ ਦੇਣ ਲੱਗ ਪਈਆਂ ਅਚਨਚੇਤ ਕਹਿੰਦੇ ਸ੍ਰੀ ਰਾਮ ਗੋਪਾਲ ਜੀ ਨੇ ਮੇਰੇ ਵੱਲ ਦੇਖਿਆ, ਮੈਨੂੰ ਕਹਿਣ ਲੱਗੇ ਵੀ ਕੀ ਗੱਲ ਤੈਨੂੰ ਨੀਂਦ ਨਹੀਂ ਆਉਂਦੀ।
ਤੇ ਕਹਿੰਦੇ ਮੈਂ ਇਹਨਾਂ ਨੂੰ ਕਿਹਾ ਵੀ ਨੀਂਦ ਕੀ ਆਵੇ, ਮੈਂ ਤਾਂ ਇੱਕ ਜਿਹੜੀ ਬੜੀ ਵਿਲੱਖਣ ਚੀਜ਼ ਦੇਖ ਰਿਹਾ ਹੈ। ਤੇ ਕਹਿੰਦੇ ਮਹਾਂਪੁਰਖ ਕਹਿੰਦੇ ਕੀ ਦੇਖ ਰਿਹਾ? ਕਹਿੰਦੇ ਕਿ ਮੈਂ ਇਹ ਦੇਖ ਰਿਹਾ ਹੈਗਾ ਕਿ ਜਿਹੜੀਆਂ ਬਿਜਲੀ ਦੀਆਂ ਲਹਿਰਾਂ ਹੈਗੀਆਂ ਨਾ ਉਹ ਪੂਰੇ ਬ੍ਰਹਿਮੰਡ ਵਿੱਚ ਮੈਨੂੰ ਜਿਹੜੀਆਂ ਉਹ ਝਿਲਮਿਲਾਉਂਦੀਆਂ ਦਿਖਾਈ ਦੇ ਰਹੀਆਂ। ਤੇ ਇਹ ਅੱਖਾਂ ਬੰਦ ਕਰਾਂ ਤਾਂ ਵੀ ਉਹ ਲਹਿਰਾਂ ਦਿਖਾਈ ਦਿੰਦੀਆਂ, ਤੇ ਅੱਖਾਂ ਖੋਲ੍ਹ ਲਵਾਂ ਤਾਂ ਵੀ ਲਹਿਰਾਂ ਦਿਖਾਈ ਦਿੰਦੀਆਂ ਹੈਗੀਆਂ। ਤੇ ਬੜਾ ਆਨੰਦਮਈ ਇਹ ਸਾਰਾ ਜਿਹੜਾ ਜੋ ਸੀਨ ਹੈਗਾ ਇਹ ਮੇਰੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਹੈਗਾ। ਤੇ ਫਿਰ ਕਹਿੰਦੇ ਸ੍ਰੀ ਰਾਮ ਗੋਪਾਲ ਹੱਸ ਕੇ ਕਹਿਣ ਲੱਗੇ, ਕਹਿੰਦੇ ਭਾਈ ਇਹ ਜਿਹੜੀਆਂ ਬਿਜਲੀ ਦੀਆਂ ਲਹਿਰਾਂ ਤੈਨੂੰ ਦਿਖਾਈ ਦਿੰਦੀਆਂ ਇਹ ਤੇਰੇ ਚੰਗੇ ਕਰਮ ਦੀ ਨਿਸ਼ਾਨੀ ਹੈਗੀ ਆ। ਤੇਰੇ ਤੇ ਕੋਈ ਐਸੀ ਕਿਰਪਾ ਹੋਈ ਆ। ਇਹ ਆਮ ਚੀਜ਼ ਜਿਹੜੀ ਇਹ ਦਿਵਯ ਜੀ ਚੀਜ਼ ਹੈਗੀ ਆ, ਇਸ ਤਰ੍ਹਾਂ ਬਿਜਲੀ ਦੀਆਂ ਸੂਖਮ ਲਹਿਰਾਂ ਦਾ ਦਿਖਾਈ ਦੇਣਾ ਉਹ ਕਿਸੇ ਆਮ ਐਰੇ ਗੈਰੇ ਦੇ ਬਸ ਦਾ ਕੰਮ ਨਹੀਂ ਹੈਗਾ। ਇਹ ਇੱਕ ਕਿਰਪਾ ਹੈਗੀ ਆ ਕਿ ਜਿਹਦੇ ਕਰਕੇ ਇਹ ਜਿਹੜੀ ਚੀਜ਼ ਹੈ ਤੈਨੂੰ ਦਿਖਾਈ ਦੇ ਰਹੀ ਹੈ ਸਾਰੇ ਪਾਸੇ। ਉਸ ਤੋਂ ਬਾਅਦ ਕਿ ਫਿਰ ਕਹਿੰਦੇ ਵੀ ਅਸੀਂ ਹੈ ਨਾ ਇਸ ਤਰ੍ਹਾਂ ਜਿਹੜੇ ਸੀਗੇ ਕੁਛ ਟਾਈਮ ਬੈਠੇ ਰਹੇ। ਫਿਰ ਕਹਿੰਦੇ ਮੈਂ ਹੈ ਨਾ ਸ੍ਰੀ ਰਾਮ ਗੋਪਾਲ ਜੀ ਨੂੰ ਪੁੱਛਿਆ, ਮੈਂ ਕਿਹਾ ਵੀ ਤੁਸੀਂ ਇਸ ਜਗਤ ਅਵਸਥਾ ਵਿੱਚ ਸਦਾ ਰਹਿੰਦੇ ਆ, ਤੁਸੀਂ ਮੇਰੀਆਂ ਸਾਰੀਆਂ ਗੁਪਤ ਗੱਲਾਂ ਜਿਹੜੀਆਂ ਮੇਰੀਆਂ ਰਾਹ 'ਚ ਹੱਡ ਬੀਤੀਆਂ ਹੋਈਆਂ ਸਾਰੀਆਂ ਤੁਸੀਂ ਹੈ ਨਾ ਮੈਨੂੰ ਇਸ ਤਰ੍ਹਾਂ ਜਿਹੜੀਆਂ ਦੱਸੀਆਂ ਹੈਗੀਆਂ ਜੱਜਮੈਂਟ ਉਹ ਹਰੇਕ ਹੀ ਤੁਹਾਡੇ ਸਾਹਮਣੇ ਹੋਈ ਹੁੰਦੀ ਹੈ। ਲੇਕਿਨ ਮੈਨੂੰ ਇਹ ਦੱਸੋ ਕਿ ਇਹ ਜਿਹੜੀ ਅਵਸਥਾ ਹੈਗੀ ਤੁਹਾਡੇ ਕਿਵੇਂ ਬਣੀ, ਤੁਹਾਨੂੰ ਕਿੰਨੀ ਮਿਹਨਤ ਕਰਨੀ ਪਈ? ਫਿਰ ਕਹਿੰਦੇ ਸ੍ਰੀ ਰਾਮ ਗੋਪਾਲ ਜੀ ਨੇ ਕਿਹਾ ਸੀ, ਕਹਿੰਦੇ ਵੀ ਕੋਈ ਖਾਸ ਮਿਹਨਤ ਨਹੀਂ ਮੈਨੂੰ ਕਰਨੀ ਪਈ। ਅਸਲ ਦੇ ਵਿੱਚ ਕੀ ਹੈਗਾ ਕਿ ਮੈਂ ਹੈ ਨਾ ਪਹਿਲਾਂ 20 ਸਾਲ ਕਿਸੇ ਇਕਾਂਤ ਗੁਫਾ 'ਚ ਰਹਿ ਕੇ 18 ਘੰਟੇ ਧਿਆਨ ਕੀਤਾ। ਉਸ ਤੋਂ ਬਾਅਦ ਫਿਰ ਕਹਿੰਦੇ 25 ਸਾਲ ਜਿਹੜੇ ਸੀਗੇ ਮੈਂ ਕਿਸੇ ਬਹੁਤ ਜੋਖਮ ਭਰਿਆ ਜੰਗਲ ਦੇ ਵਿੱਚ ਕਿਸੇ ਇਕਾਂਤ ਜਗ੍ਹਾ 'ਤੇ ਜਾ ਕੇ 20 ਘੰਟੇ ਕਹਿੰਦੇ ਸੀਗੇ ਮੈਂ ਧਿਆਨ ਦੇ ਵਿੱਚ ਬਿਤਾਏ ਆ। ਇਸ ਤਰ੍ਹਾਂ 45 ਸਾਲ ਧਿਆਨ 'ਚ ਜਿਹੜੇ ਸੀ ਉਹ ਕੱਢੇ ਆ। ਪਰ ਨਾਲ ਦੇਖੋ ਸ਼ਬਦੋਂ ਨੇ ਕੀ ਬੋਲਿਆ ਸੀ, ਉਹ ਕਹਿੰਦੇ ਕਿ ਮੈਂ ਕੋਈ ਹੈ ਨਾ ਕੋਈ ਐਡਾ ਵਧੀਆ ਕੰਮ ਨਹੀਂ ਕੀਤਾ। ਭਾਵ ਕੀ ਹੈਗਾ ਕਿ ਉਹਨਾਂ ਨੇ ਆਪਣੀ ਜਿਹੜੀ ਸਾਧਨਾ ਇੰਨੀ ਸਖਤ ਸੀਗੀ ਉਹਨੂੰ ਵੀ ਕਹਿ ਦਿੱਤਾ ਸੀਗਾ ਕਿ ਬੜੀ ਸਰਲ ਵਿਧੀ ਦੇ ਨਾਲ ਜਿਹੜੀ ਹੈਗੀ ਇਹ ਮੇਰੀ ਅਵਸਥਾ ਬਣ ਗਈ ਹੈ। ਪਰ ਜਦੋਂ ਕਹਿੰਦੇ ਉਹਨੇ ਇਹ ਚੀਜ਼ ਮੈਨੂੰ ਦੱਸੀ ਸੀ ਤੇ ਕਹਿੰਦੇ ਮੈਂ ਬੜਾ ਹੈਰਾਨ ਹੋਇਆ ਵੀ ਦੇਖੋ ਐਡੀ 45 ਸਾਲ ਦੀ ਸਾਧਨਾ ਦੇ ਵਿੱਚ ਫਿਰ ਵੀ ਉਹ ਕਹਿ ਰਹੇ ਆ ਕਿ ਮੈਂ ਕੋਈ ਖਾਸ ਸਾਧਨਾ ਨਹੀਂ ਕੀਤੀ, ਬਸ ਸਰਲ ਵਿਧੀ ਦੇ ਨਾਲ ਹੀ ਸਾਰੀ ਚੀਜ਼ ਮੈਨੂੰ ਪ੍ਰਾਪਤ ਹੋ ਗਈ ਹੈ। ਪਰ ਕਹਿੰਦੇ ਜੇ ਇਸ ਨੂੰ 45 ਸਾਲ ਦੀ ਕਰੜੀ ਘਾਲ ਨਾਲ ਇਹ ਸਰਲ ਕਹਿ ਰਹੇ ਆ ਤੇ ਸਾਡੇ ਵਰਗਿਆਂ ਦਾ ਕੀ ਹਾਲ ਹੋਊਗਾ। ਉਸ ਤੋਂ ਬਾਅਦ ਕਹਿੰਦੇ ਫਿਰ ਮੈਂ ਉਹਨੂੰ ਪੁੱਛਿਆ ਵੀ ਤੁਸੀਂ 20 ਘੰਟੇ ਸਾਧਨਾ ਕਰਦੇ ਸੀਗੇ ਤੇ ਤੁਸੀਂ ਸੌਂਦੇ ਕਿਹੜੇ ਟਾਈਮ ਸੀ? ਫਿਰ ਕਹਿੰਦੇ ਸ੍ਰੀ ਰਾਮ ਗੋਪਾਲ ਜੀ ਸਾਨੂੰ ਇਹ ਆਖਿਆ ਸੀਗਾ ਕਿ ਭਾਈ ਸਾਡਾ ਸੌਣ ਦਾ ਕੋਈ ਟਾਈਮ ਨਹੀਂ ਸੀ। ਅਸਲ ਦੇ ਵਿੱਚ ਕੀ ਸੀਗਾ ਕਿ ਸਾਡੀ ਹੈ ਨਾ ਨੀਂਦ ਦੇ ਉੱਤੇ ਫਤਿਹ ਹੋ ਗਈ ਸੀ। ਸਾਨੂੰ ਸੌਣ ਦੀ ਜ਼ਰੂਰਤ ਨਹੀਂ ਸੀ ਕਿਉਂਕਿ ਜਿਹੜੀ ਸ਼ਕਤੀ ਜਿਹੜੀ ਸੌਣ ਦੇ ਨਾਲ ਪ੍ਰਾਪਤ ਹੁੰਦੀ ਹੈ ਸਾਨੂੰ ਇਸੇ ਸਮਾਧੀ ਦੇ ਵਿੱਚ ਮਿਲ ਜਾਂਦੀ ਸੀ। ਅਤੇ ਜਿਹੜੀ ਸਮਾਧੀ 'ਚ ਮਿਲੀ ਸ਼ਕਤੀ ਹੈਗੀ ਆ ਉਹ ਸੌਣ ਦੀ ਸ਼ਕਤੀ ਨਾਲੋਂ ਕਈ ਹਜ਼ਾਰ ਗੁਣਾ ਜ਼ਿਆਦਾ ਹੈਗੀ ਆ। ਕਹਿੰਦੇ ਭੇਦ ਭਰੀ ਗੱਲ ਜਿਹੜੀ ਸੀ ਸ੍ਰੀ ਰਾਮ ਗੋਪਾਲ ਜੀ ਨੇ ਕਹਿੰਦੇ ਮੈਨੂੰ ਦੱਸੀ ਸੀ। ਉਸ ਤੋਂ ਬਾਅਦ ਕਹਿੰਦੇ ਫਿਰ ਉਹਨੇ ਇਹ ਵੀ ਦੱਸਿਆ ਸੀਗਾ ਕਿ ਦੇਖੋ ਜਦੋਂ ਆਦਮੀ ਸਰੀਰਕ ਕਰਕੇ ਸੌਂ ਜਾਂਦਾ ਹੈਗਾ ਪਰ ਸਰੀਰਕ ਸੌਣ ਕਰਕੇ ਵੀ ਜਿਹੜੇ ਖੂਨ ਦਾ ਦੌਰਾ ਚੱਲਦਾ ਰਹਿੰਦਾ ਹੈਗਾ, ਦਿਲ ਧੜਕਦਾ ਰਹਿੰਦਾ ਹੈਗਾ, ਅੰਦਰ ਜਿਹੜੀ ਸਰੀਰਕ ਕਿਰਿਆ ਕੁਦਰਤੀ ਹੁੰਦੀ ਰਹਿੰਦੀ ਹੈ। ਪਰ ਸਮਾਧੀ ਦੀ ਅਵਸਥਾ ਵਿੱਚ ਜਿਹੜਾ ਹੈ ਨਾ ਸਾਰਾ ਕੁਝ ਬੰਦ ਹੋ ਜਾਂਦਾ ਹੈਗਾ ਕਿਉਂਕਿ ਸਮਾਧੀ ਵਿੱਚ ਕੇਵਲ ਤੇ ਕੇਵਲ ਜਿਹੜਾ ਹੈ ਨਾ ਉਹ ਆਨੰਦ ਹੀ ਰਹਿ ਜਾਂਦਾ ਹੈਗਾ, ਹੋਰ ਕਿਸੇ ਪ੍ਰਕਾਰ ਦਾ ਕੋਈ ਫੁਰਨਾ ਨਹੀਂ, ਕੋਈ ਹਰਕਤ ਨਹੀਂ ਹੁੰਦੀ। ਇਸ ਕਰਕੇ ਉਹਦੇ ਵਿੱਚ ਜਦ ਆਨੰਦ ਦੇ ਨਾਲ ਜਿਹੜੀ ਸੁਰਤ ਜੁੜ ਜਾਂਦੀ ਆ ਤਾਂ ਫਿਰ ਬਹੁਤ ਸਾਰੀ ਜਿਹੜੀ ਸ਼ਕਤੀ ਹੈ ਨਾ ਕਹਿੰਦੇ ਆਪਣੇ ਆਪ ਹੀ ਸਾਡੇ ਅੰਦਰ ਜਮ੍ਹਾਂ ਹੋ ਜਾਂਦੀ ਹੈ। ਇਹ ਕਹਿੰਦੇ ਜਦੋਂ ਸਾਰੀ ਗੱਲਬਾਤ ਉਹਨੇ ਦੱਸੀ ਸੀ ਉਸ ਤੋਂ ਬਾਅਦ ਕਹਿੰਦੇ ਫਿਰ ਮੈਨੂੰ ਬੜਾ ਇਸ ਚੀਜ਼ ਦੀ ਪ੍ਰਸੰਨਤਾ ਹੋਈ ਸੀਗੀ ਵੀ ਇਹ ਤਾਂ ਕਮਾਲ ਹੈਗੀ ਆ। ਉਸ ਤੋਂ ਬਾਅਦ ਕਹਿੰਦੇ ਫਿਰ ਜਦ ਮੈਂ ਇਹ ਦੇਖਿਆ ਕਿ ਜਿਹੜੀਆਂ ਬਿਜਲੀ ਦੀਆਂ ਚਮਕਦੀਆਂ ਕਿਰਨਾਂ ਹੈਗੀਆਂ ਉਹ ਅਜੇ ਵੀ ਜਿਹੜੀਆਂ ਸੀਗੀਆਂ ਕਹਿੰਦੇ ਉਹ ਮੈਨੂੰ ਦਿਖਾਈ ਦੇ ਰਹੀਆਂ ਸੀਗੀਆਂ ਇਸ ਗੱਲਬਾਤ ਦੇ ਵਿੱਚ। ਅਖੀਰ ਕਹਿੰਦੇ ਕਰਦੇ ਕਰਦੇ ਜਿਹੜਾ ਸੀਗਾ ਮੈਂ ਕਹਿੰਦੇ ਥੋੜ੍ਹੀ ਜਿਹੀ ਮੇਰੀ ਅੱਖ ਲੱਗੀ ਅਤੇ ਮੈਂ ਸੌਂ ਗਿਆ। ਜਦ ਕਹਿੰਦੇ ਦਿਨ ਚੜ੍ਹਿਆ ਅਤੇ ਕਹਿੰਦੇ ਮੈਂ ਉਹਨਾਂ ਤੋਂ ਜਾਣ ਦੀ ਇਜਾਜ਼ਤ ਮੰਗੀ। ਕਹਿੰਦੇ ਉਹ ਮੈਨੂੰ ਕਹਿਣ ਲੱਗੇ ਕਹਿੰਦੇ ਵੀ ਤੂੰ ਆਇਆ ਤਾਂ ਚਲੋ ਠੀਕ ਆ, ਬਹੁਤ ਸੋਹਣੀ ਗੱਲ ਹੈ, ਪਰ ਕਹਿੰਦੇ ਜੇ ਤੂੰ ਆਇਆ ਹੈਗਾ ਤਾਂ ਐਡੀ ਦੂਰ ਇੰਨੀ ਮੁਸੀਬਤ ਵੀ ਝੱਲੀ ਹੈਗੀ ਆ, ਪਰ ਅਸੀਂ ਤੈਨੂੰ ਕੁਛ ਹੁਣ ਦੇਣਾ ਹੈਗਾ। ਜਦੋਂ ਕਹਿੰਦੇ ਸ੍ਰੀ ਰਾਮ ਗੋਪਾਲ ਜੀ ਨੇ ਪਰਮਹੰਸ ਜੋਗਾਨੰਦ ਜੀ ਕਹਿੰਦੇ ਮੈਨੂੰ ਇਹ ਗੱਲ ਕਹੀ ਅਤੇ ਕਹਿੰਦੇ ਮੈਂ ਚੁੱਪ ਕਰ ਗਿਆ, ਪਰ ਉਹਨਾਂ ਨੇ ਬੜਾ ਧਿਆਨ ਨਾਲ ਕਹਿੰਦੇ ਮੇਰੇ ਵੱਲ ਦੇਖਿਆ ਅਤੇ ਜਦੋਂ ਮੈਂ ਜਾਣ ਲੱਗਾ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਕਿਸੇ ਅਗੰਮੀ ਤਾਕਤ ਨੇ ਹੈ ਨਾ ਕਹਿੰਦੇ ਮੇਰੇ ਸਰੀਰ ਦੇ ਵਿੱਚ ਬਿਜਲੀ ਵਰਗਾ ਕਰੰਟ ਭਰ ਦਿੱਤਾ ਹੁੰਦਾ। ਫਿਰ ਪਰਮਹੰਸ ਜੋਗਾਨੰਦ ਜੀ ਕਹਿੰਦੇ ਮੇਰੇ ਪਿੱਠ ਦੇ ਵਿੱਚ ਇੱਕ ਦਰਦ ਹੁੰਦੀ ਸੀਗੀ ਜਿਹੜੀ ਕਾਫੀ ਦੇਰ ਦੀ ਹੁੰਦੀ ਸੀ, ਮੈਨੂੰ ਬੜਾ ਤੰਗ ਕਰਦੀ ਹੁੰਦੀ ਸੀ। ਪਰ ਸ੍ਰੀ ਰਾਮ ਗੋਪਾਲ ਜੀ ਦੇ ਕਹਿੰਦੇ ਉਸ ਦ੍ਰਿਸ਼ਟੀ ਨਜ਼ਰ ਵਿੱਚ ਇਹ ਜਿਹੜੀ ਦਰਦ ਸੀ ਯਕਦਮ ਗਾਇਬ ਹੋ ਗਈ। ਉਸ ਤੋਂ ਬਾਅਦ ਕਹਿੰਦੇ ਫਿਰ ਮੈਨੂੰ ਸਮਝ ਆ ਗਈ ਕਿ ਉਹਨਾਂ ਨੇ ਮੈਨੂੰ ਇਹ ਵਚਨ ਦਿੱਤਾ ਸੀਗਾ ਕਿ ਅਸੀਂ ਤੈਨੂੰ ਕੋਈ ਦੇਵਾਂਗੇ। ਕਹਿੰਦੇ ਬਸ ਉਹਨਾਂ ਦੀ ਕਿਰਪਾ ਸਦਕਾ ਜਿਹੜੀ ਪਿੱਠ ਦਾ ਦਰਦ ਸੀ ਸਦਾ ਵਾਸਤੇ ਮੇਰੇ ਨਾਲ ਗਾਇਬ ਹੋ ਗਿਆ। ਉਸ ਤੋਂ ਬਾਅਦ ਫਿਰ ਕਹਿੰਦੇ ਅਸੀਂ ਹੈ ਨਾ ਉਹਨਾਂ ਤੋਂ ਜਾਣ ਵਾਸਤੇ ਜਦ ਇਜਾਜ਼ਤ ਲਈ ਮਨ ਤਾਂ ਨਹੀਂ ਸੀ ਕਰਦਾ, ਪਰ ਜਦੋਂ ਕਹਿੰਦੇ ਅਸੀਂ ਆਪਣੇ ਮਨ ਨੂੰ ਮਾਰ ਕੇ ਤੁਰੇ ਹਾਂ ਫਿਰ ਮਨ 'ਚ ਖਿਆਲ ਆਇਆ ਕਿ ਜਿਹੜਾ ਮੰਦਰ ਤਾਰਕੇਸ਼ਵਰ ਦੇ ਵਿੱਚ ਸੀਗਾ ਉੱਥੇ ਜਾ ਕੇ ਜਿਹੜੀ ਮੇਰੇ ਤੋਂ ਗਲਤੀ ਹੋਈ ਸੀ ਹੈ ਨਾ ਉਹਦੀ ਮਾਫੀ ਮੰਗਾ। ਕਹਿੰਦੇ ਮੈਂ ਫਿਰ ਜਿਉਂ ਉੱਥੇ ਤੁਰਿਆ ਤਸ਼ਕੇ
ਉੱਥੇ ਮੰਦਰ 'ਚ ਪਹੁੰਚਿਆ। ਜਦੋਂ ਕਹਿੰਦੇ ਤਾਰਕੇਸ਼ਵਰ ਮੰਦਰ 'ਚ ਪਹੁੰਚਿਆ, ਫਿਰ ਉਸ ਜਿਹੜਾ ਪੱਥਰ ਦੀ ਮੂਰਤੀ ਵਿੱਚ ਬਿਰਾਜਮਾਨ ਬ੍ਰਹਮ ਸੀਗਾ, ਕਹਿੰਦੇ ਫਿਰ ਉਸ ਨੂੰ ਹੈ ਨਾ ਮੈਂ ਜਦ ਅੰਤਰ ਦ੍ਰਿਸ਼ਟੀ ਦੀ ਨਜ਼ਰ ਦੇ ਨਾਲ ਤੱਕਿਆ ਤਾਂ ਮੈਂ ਕੀ ਦੇਖਿਆ ਕਿ ਉਹ ਜਿਹੜਾ ਪੱਥਰ ਸੀਗਾ ਉਹ ਅਨੰਤ ਰੂਪ ਹੋ ਕੇ ਜਿਹੜਾ ਸੀਗਾ ਉਹ ਮੇਰੀ ਅੰਤਰ ਦ੍ਰਿਸ਼ਟੀ 'ਚ ਫੈਲ ਕੇ ਹੈ ਨਾ ਕੋਟ ਬ੍ਰਹਿਮੰਡ ਦੇ ਵਿੱਚ ਦਾ ਰੂਪ ਧਾਰਨ ਕਰ ਗਿਆ। ਅਤੇ ਉਹਦੇ ਵਿੱਚ ਕਈ ਖੰਡ ਬ੍ਰਹਿਮੰਡ ਜਿਹੜੇ ਕਹਿੰਦੇ ਮੈਨੂੰ ਨਜ਼ਰ ਆਏ। ਅਤੇ ਫਿਰ ਕਹਿੰਦੇ ਫਿਰ ਮੇਰੇ ਮਨ ਦੇ ਵਿੱਚ ਆਇਆ ਕਿ ਇਹ ਜਿਹੜੀ ਸ਼ਰਧਾ ਹੈਗੀ ਆ ਲੋਕਾਂ ਦੀ ਜਾਂ ਸੰਗਤ ਦੀ, ਕਹਿੰਦੇ ਵੀ ਇਹ ਕਮਾਲ ਹੈ, ਕਿਉਂਕਿ ਆਪੋ ਆਪਣੀ ਦ੍ਰਿਸ਼ਟੀ ਹੈਗੀ ਆ। ਕੋਈ ਕਿਸ ਦ੍ਰਿਸ਼ਟੀ ਦੇ ਨਾਲ ਤੱਕਦਾ ਹੈ, ਕੋਈ ਕਿਸ ਦ੍ਰਿਸ਼ਟੀ ਦੇ ਨਾਲ ਤੱਕਦਾ ਹੈਗਾ, ਪਰ ਜਿਹਦੀ ਦ੍ਰਿਸ਼ਟੀ ਸੱਚੀ ਸੁੱਚੀ ਆ ਉਹਨੂੰ ਹਰੇਕ ਪਾਸੇ ਬ੍ਰਹਮ ਹੀ ਨਜ਼ਰ ਆਉਂਦਾ ਹੈਗਾ। ਉਸ ਤੋਂ ਬਾਅਦ ਫਿਰ ਕਹਿੰਦੇ ਅਸੀਂ ਗੱਡੀ ਫੜ ਕੇ ਫਿਰ ਕਲਕੱਤੇ ਆਏ। ਜਦ ਕਲਕੱਤੇ ਆ ਕੇ ਕਹਿੰਦੇ ਫਿਰ ਅਸੀਂ ਆਪਣੇ ਜਿਹੜੇ ਗੁਰੂ ਜਗਤੇਸ਼ਵਰ ਜਿਹਦੇ ਨੂੰ ਕਹਿੰਦੇ ਮੈਂ ਛੱਡ ਕੇ ਜਿਹੜੇ ਸੀਗੇ ਸ਼੍ਰੀ ਰਾਮ ਗੋਪਾਲ ਜੀ ਦੇ ਦਰਸ਼ਨ ਕਰਨ ਗਿਆ ਸੀਗਾ, ਦੁਬਾਰਾ ਕਹਿੰਦੇ ਉਹਨਾਂ ਦੇ ਪਾਸ ਆਇਆ। ਤਾਂ ਫਿਰ ਕਹਿੰਦੇ ਜੋ ਸ਼੍ਰੀ ਰਾਮ ਗੋਪਾਲ ਜੀ ਨੇ ਮੈਨੂੰ ਸਮਝਾਇਆ ਸੀਗਾ ਕਿ ਭਾਈ ਜਿੱਥੇ ਮਰਜ਼ੀ ਘੁੰਮ ਲਾ, ਤੇਰੀ ਗੱਤ ਤੇਰੇ ਗੁਰੂ ਦੁਆਰਾ ਹੀ ਹੋਣੀ ਆ, ਉਹਨਾਂ ਦੇ ਕੋਲ ਸਭ ਕੁਝ ਹੈ, ਜਿਹੜੀ ਤੇਰੀ ਇੱਛਾ ਉਹਨਾਂ ਨੇ ਪੂਰੀ ਕਰਨੀ। ਕਹਿੰਦੇ ਉਸ ਤੋਂ ਬਾਅਦ ਮੈਂ ਸਦਾ ਵਾਸਤੇ ਫਿਰ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਗਿਆ ਸੀਗਾ। ਪਰ ਸ਼੍ਰੀ ਰਾਮ ਗੋਪਾਲ ਜਿਹੜੇ ਮਜੂਰ ਦਾਸ ਕਹਿੰਦੇ ਮਹਾਤਮਾ ਸੀਗੇ, ਉਹਨਾਂ ਨੂੰ ਦਾ ਮੈਨੂੰ ਕਹਿੰਦੇ ਇਸ ਗੱਲ ਦੇ ਵਿੱਚ ਪਤਾ ਲੱਗਾ ਸੀਗਾ ਕਿ ਕਿਉਂ ਜਿਹੜੇ ਸੀਗੇ ਵੱਡੇ ਵੱਡੇ ਸਿੱਧ ਪੁਰਸ਼ ਯੋਗੀ ਉਹਨਾਂ ਨੂੰ ਸਦਾ ਜਾਗਤ ਸੰਤ ਕਹਿੰਦੇ ਸੀਗੇ, ਕਿਉਂਕਿ ਉਹਨਾਂ ਦੀ 45 ਸਾਲ ਦੀ ਸਾਧਨਾ ਵਿੱਚ ਐਸੀ ਅਵਸਥਾ ਬਣ ਗਈ ਸੀਗੀ ਕਿ ਉਹ ਉੱਥੇ ਹੀ ਬੈਠਿਆਂ ਜਿਹੜਾ ਹੈ ਨਾ ਹਰੇਕ ਬ੍ਰਹਿਮੰਡ ਦੇ ਵਿੱਚ ਸਰਬ ਵਿਆਪਕ ਦ੍ਰਿਸ਼ਟੀ ਦੇ ਨਾਲ ਜਿਹੜੇ ਸੀ ਉਹ ਭਰਪੂਰ ਹੋ ਗਏ ਸੀਗੇ। ਸੋ ਦਾਸ ਇੰਨੇ ਹੀ ਜਿਹੜੇ ਬਚਨ ਕਰਦਾ ਹੈ ਸ਼੍ਰੀ ਰਾਮ ਗੋਪਾਲ ਮਜੂਮਦਾਰ ਜੋ ਮਹਾਤਮਾ ਹੈਗੇ ਆ, ਉਹਨਾਂ ਦੇ ਜੀਵਨ ਦੀ ਇਹ ਘਟਨਾ ਮੈਨੂੰ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕ ਹੈ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।